ना को वैरी ना है बेगाना सगल संग हमको बनाई। ਇਹ ਪ੍ਰਵਚਨ ਗੁਰਬਾਣੀ ਦੇ ਨੇ, ਪਰ ਭਾਈ ਕਨ੍ਹਈਆ ਸਾਹਿਬ ਤੇ ਪੂਰਨ ਰੂਪ ਵਿੱਚ ਢੁਕਦੇ ਨੇ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਅਥਾਹ ਪਿਆਰ ਪ੍ਰਾਪਤ ਕੀਤਾ। ਔਰ ਜਿਹੜਾ ਪਿਆਰ ਭਾਈ ਕਨ੍ਹਈਆ ਜੀ ਨੂੰ ਮਿਲਿਆ ਕਲਗੀਧਰ ਪਾਤਸ਼ਾਹ ਦੇ ਉਸ ਸਥਾਨ ਤੋਂ, ਜਿਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਆਪਣੇ ਬੁੱਕਲ ਵਿੱਚ ਲੈ ਲਿਆ। ਨਾ ਕੋਈ ਮੁਸਲਿਮ ਹੈ, ਨਾ ਕੋਈ ਹਿੰਦੂ ਹੈ, ਨਾ ਕੋਈ ਹੋਰ ਹੈ। ਜੇ ਹੈ ਤਾਂ ਸਭ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ, ਅਤੇ ਸਮੁੱਚੀ ਮਾਨਵਤਾ ਦੀ ਸੇਵਾ ਲਈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਚੱਲ ਪਏ। ਜਦੋਂ ਭਾਈ ਕਨ੍ਹਈਆ ਸਾਹਿਬ ਨੇ ਇਸ ਮਹਾਨ ਅਸਥਾਨ 'ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਲੜਾਈ ਦੇ ਮੈਦਾਨ ਵਿੱਚ ਇਹ ਮਾਣ ਪ੍ਰਾਪਤ ਕੀਤਾ, ਇਹ ਸਤਿਕਾਰ ਪ੍ਰਾਪਤ ਕੀਤਾ, ਇਹ ਕਿਸੇ ਬਿਰਲੇ ਨੂੰ ਮਿਲਦਾ। ਕਿਉਂਕਿ ਮੇਰੇ ਪਾਤਸ਼ਾਹ ਕੋਲ ਜਦੋਂ ਸ਼ਿਕਾਇਤਾਂ ਆਈਆਂ ਸਨ ਕਿ ਭਾਈ ਕਨ੍ਹਈਆ ਸਾਹਿਬ ਦੁਸ਼ਮਣ ਨੂੰ ਪਾਣੀ ਪਿਆਈ ਜਾਂਦਾ ਹੈ, ਅਤੇ ਮੇਰੇ ਪਾਤਸ਼ਾਹ ਨੇ ਆਖਿਆ ਸੀ ਭਾਈ ਕਨ੍ਹਈਆ ਸਾਹਿਬ ਨੂੰ ਲੈ ਕੇ ਆਓ। ਔਰ ਭਾਈ ਕਨ੍ਹਈਆ ਸਾਹਿਬ ਨੇ ਇੱਕ ਗੱਲ ਕਹੀ ਸੀ, ਮੇਰੇ ਲਈ ਤਾਂ ਸਾਰੀ ਮਨੁੱਖਤਾ ਹੀ ਇੱਕ ਹੈ, ਮੇਰੇ ਲਈ ਸਮੁੱਚਾ ਸੰਸਾਰ ਇੱਕ ਹੈ। ਮੈਨੂੰ ਦੁਸ਼ਮਣ ਵਿੱਚੋਂ ਵੀ ਤੁਸੀਂ ਨਜ਼ਰ ਆ ਰਹੇ ਹੋ, ਮੈਨੂੰ ਆਪਣੇ ਪਿਆਰਿਆਂ ਵਿੱਚੋਂ ਵੀ ਤੁਸੀਂ ਨਜ਼ਰ ਆ ਰਹੇ ਹੋ। ਸਮੁੱਚੀ ਮਾਨਵਤਾ ਵਿੱਚ ਤੁਸੀਂ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਮੈਨੂੰ ਸਰੂਪ ਦਿਸਦਾ ਹੈ। ਇਹ ਸਨ ਭਾਈ ਕਨ੍ਹਈਆ ਸਾਹਿਬ ਦੇ ਬਚਨ। ਅੱਜ ਅਸੀਂ ਭਾਈ ਕਨ੍ਹਈਆ ਸਾਹਿਬ ਦੇ ਉਸ ਪਾਵਨ ਅਸਥਾਨ 'ਤੇ ਸ਼੍ਰੀ ਅਨੰਦਪੁਰ ਸਾਹਿਬ ਆਏ ਹਾਂ, ਜਿਹੜਾ ਅਸਥਾਨ ਬਿਲਕੁਲ ਚੰਡੀਗੜ੍ਹ ਨੂੰ ਜਾਣ ਵਾਲੀ ਉਹ ਸੜਕ ਜਿਹੜੀ ਗੁਜ਼ਰਦੀ ਹੈ ਇਸ ਅਸਥਾਨ ਦੇ ਬਿਲਕੁਲ ਸਾਹਮਣੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਅਦ। ਔਰ ਉਸੇ ਅਸਥਾਨ ਤੋਂ ਅਸੀਂ ਇਹ ਸਮੁੱਚੀ ਰੂਪ ਵਿੱਚ ਇਹ ਜਿਹੜੀ ਤੁਸੀਂ ਤਸਵੀਰਾਂ ਵੇਖ ਰਹੇ ਹੋ, ਇਹ ਉਹ ਟ੍ਰੈਫਿਕ ਹੈ ਜਿਹੜਾ ਹੋਲੇ ਮਹੱਲੇ ਦਾ ਟ੍ਰੈਫਿਕ ਹੈ। ਔਰ ਹੋਲੇ ਮਹੱਲੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚਦੀ ਹੈ, ਔਰ ਭਾਈ ਸਾਹਿਬ ਕਨ੍ਹਈਆ ਸਾਹਿਬ ਜੀ ਦੇ ਸਥਾਨ 'ਤੇ ਵੀ ਆਉਂਦੀ ਹੈ। ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਰੇਲਵੇ ਸਟੇਸ਼ਨ ਹੈ, ਔਰ ਰੇਲਵੇ ਸਟੇਸ਼ਨ ਦੇ ਬਿਲਕੁਲ ਸਮੀਪ, ਬਿਲਕੁਲ ਨੇੜੇ, ਔਰ ਰੇਲਵੇ ਸਟੇਸ਼ਨ ਦੇ ਆਪੋਜ਼ਿਟ ਭਾਈ ਕਨ੍ਹਈਆ ਸਾਹਿਬ ਜੀ ਦਾ ਪਾਵਨ ਅਸਥਾਨ ਹੈ। ਔਰ ਇਸ ਅਸਥਾਨ 'ਤੇ ਅੱਜ ਅਸੀਂ ਤੁਹਾਨੂੰ ਅਕਾਲ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਇਸ ਦੇ ਦਰਸ਼ਨ ਕਰਵਾਵਾਂਗੇ, ਕਿਉਂਕਿ ਇਹ ਬੜੀ ਪਾਵਨ ਪਵਿੱਤਰ ਧਰਤੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ। ਔਰ ਇਸ ਧਰਤੀ ਨੂੰ ਨਤਮਸਤਕ ਹੋਣ ਲਈ ਹੋਲੇ ਮਹੱਲੇ 'ਤੇ ਸਮੁੱਚਾ ਪੰਥ ਨਤਮਸਤਕ ਹੋਣ ਆਉਂਦਾ ਹੈ। ਔਰ ਸਤਿਗੁਰੂ ਨੇ ਬੜੀ ਨਜ਼ਰੇ ਰਹਿਮਤ ਅਤੇ ਬਖਸ਼ਿਸ਼ ਕੀਤੀ ਹੋਈ ਹੈ ਸਾਡੇ ਸਭਨਾਂ ਉੱਪਰ, ਖਾਸ ਕਰਕੇ ਉਹਨਾਂ ਸੰਗਤਾਂ 'ਤੇ ਜਿਹੜੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਨੇ, ਅਤੇ ਵਿਸ਼ੇਸ਼ ਕਰਕੇ ਹੋਲੇ ਮਹੱਲੇ ਦੇ ਇਸ ਪਾਵਨ ਪੁਰਬ 'ਤੇ ਇਸ ਸਥਾਨ 'ਤੇ ਪਹੁੰਚਦੀਆਂ ਨੇ। ਔਰ ਅੱਜ ਇਹ ਟੀਮ, ਅਕਾਲ ਚੈਨਲ ਦੀ ਟੀਮ ਇਸ ਪਾਵਨ ਸਥਾਨ 'ਤੇ ਪਹੁੰਚੀ ਹੈ, ਔਰ ਇਸ ਪਾਵਨ ਸਥਾਨ ਦੇ ਦਰਸ਼ਨ ਤੁਸੀਂ ਸਾਰੇ ਕਰ ਰਹੇ ਹੋ। ਇਹ ਬੜਾ ਪੁਰਾਤਨ ਇਮਾਰਤ ਬਣੀ ਹੋਈ ਹੈ। ਇਮਾਰਤ ਦੇ ਸਨਮੁਖ ਵੀ ਲਿਖਿਆ ਹੋਇਆ, ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮਕੋ ਬਣਾਈ। ਇਹ ਅਸਲ ਵਿੱਚ ਇਹ ਜਿਹੜੇ ਸਾਡੀ ਪੁਰਾਤਨ ਸਥਾਨ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ, ਇਹਨਾਂ ਦੇ ਸਰੂਪ ਨੂੰ ਬਹੁਤ ਘੱਟ ਮਿਲਦੇ ਨੇ, ਔਰ ਸੰਗਤ ਲਗਾਤਾਰ ਇਹਨਾਂ ਪਾਵਨ ਸਥਾਨਾਂ ਦੇ ਦਰਸ਼ਨ ਕਰਦੀ ਹੈ, ਨਤਮਸਤਕ ਹੁੰਦੀ ਹੈ। ਔਰ ਗੁਰੂ ਨੇ ਬੜੀ ਨਜ਼ਰੇ ਰਹਿਮਤ ਕੀਤੀ ਹੋਈ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਾਰੀ ਸੰਗਤ ਨੂੰ ਜਿੱਥੇ ਆਪ ਮੇਰੇ ਪਾਤਸ਼ਾਹ ਬੁਲਾਉਂਦੇ ਨੇ। ਔਰ ਇਸ ਪਾਵਨ ਧਰਤੀ ਦੇ ਮੇਰੇ ਪਾਤਸ਼ਾਹ ਨੇ ਬਹੁਤ ਚੋਜ ਕੀਤੇ ਨੇ, ਔਰ ਇਸ ਆਨੰਦਪੁਰੀ ਨਾਲ ਬੜਾ ਪਿਆਰ ਕੀਤਾ। ਔਰ ਇੱਕ ਦਿਨ ਇਹ ਆਨੰਦਪੁਰੀ ਮੇਰੇ ਪਿਆਰੇ ਨੂੰ ਛੱਡਣੀ ਪਈ ਸੀ, ਔਰ ਇੱਥੋਂ ਹੀ ਮੇਰੇ ਸਤਿਗੁਰੂ ਜੀ ਦਾ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਛੜਿਆ ਸੀ। ਔਰ ਤੁਸੀਂ ਜਿਸ ਅਸਥਾਨ 'ਤੇ ਆਏ ਹੋ, ਇਹ ਭਾਈ ਕਨ੍ਹਈਆ ਸਾਹਿਬ ਜੀ ਦਾ ਪਾਵਨ ਅਸਥਾਨ ਹੈ। ਔਰ ਇਸ ਪੁਰਾਤਨ ਅਸਥਾਨ ਨੂੰ ਤੁਸੀਂ ਦਰਸ਼ਨ ਜਿੱਥੇ ਕਰੋਗੇ, ਇਸ ਅਸਥਾਨ 'ਤੇ ਬੜੀਆਂ ਸਤਿਗੁਰੂ ਨੇ ਰਹਿਮਤਾਂ ਵਰਤਾਈਆਂ, ਬੜੀਆਂ ਬਖਸ਼ਾਂ ਵਰਤਾਈਆਂ, ਔਰ ਸੰਗਤ ਨੂੰ ਵੰਡਦੇ ਰਹੇ। ਔਰ ਜਿਹੜੀ ਮਨੁੱਖਤਾ ਦੇ ਨਾਲ ਪਿਆਰ ਦੀ ਗੱਲ ਹੈ, ਮਾਨਵਤਾ ਦੇ ਨਾਲ ਪਿਆਰ ਦੀ ਗੱਲ ਹੈ, ਇਸੇ ਧਰਤੀ 'ਤੇ ਹੋਈ। ਔਰ ਸਾਨੂੰ ਤੇ ਇਨਸਾਨ ਨੂੰ ਤੇ ਸਿੱਖ ਨੂੰ ਸਿੱਖ ਦਿਸਦਾ, ਹਿੰਦੂ ਨੂੰ ਹਿੰਦੂ ਦਿਸਦਾ, ਮੁਸਲਮਾਨ ਨੂੰ ਮੁਸਲਮਾਨ ਦੱਸਦਾ, ਪਰ ਮੇਰੇ ਪਾਤਸ਼ਾਹ ਨੂੰ ਸਭਨਾਂ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੋਏ ਸਨ।
ਔਰ ਜਦੋਂ ਭਾਈ ਕਨ੍ਹਈਆ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਤਾਂ ਤੁਸੀਂ ਦਿਸਦੇ ਹੋ, ਤੂੰ ਹੀ ਨਜ਼ਰ ਆਉਣਾ ਹੈ, ਹੋਰ ਕੁਛ ਨਹੀਂ ਦਿਸਦਾ ਤੁਹਾਡੇ ਤੋਂ ਇਲਾਵਾ। ਅੱਜ ਅਸੀਂ ਇਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ। ਚੰਦ ਮਿੰਟਾਂ ਵਿੱਚ ਇਸ ਸਥਾਨ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਦਰਸ਼ਨ ਵੀ ਤੁਹਾਨੂੰ ਕਰਵਾਵਾਂਗੇ, ਜਿਹੜੇ ਇਸ ਸਥਾਨ ਦੀ ਸੇਵਾ ਨਿਭਾਉਂਦੇ ਨੇ, ਕਿਉਂਕਿ ਸੇਵਾ ਪੰਥੀ ਬਹੁਤ ਵੱਡਾ ਇੱਕ ਮਿਸ਼ਨ ਹੈ, ਜਿਸ ਮਿਸ਼ਨ ਨੇ ਬਹੁਤ ਵੱਡਾ ਪ੍ਰਚਾਰ ਕੀਤਾ ਪਾਕਿਸਤਾਨ ਦੀ ਪਾਵਨ ਧਰਤੀ 'ਤੇ ਜਾ ਕੇ ਵੀ। ਤੁਸੀਂ ਹੈਰਾਨ ਹੋਵੋਗੇ, ਜਿਹੜੇ ਸਾਡੇ ਪੁਰਾਤਨ ਸੇਵਾ ਪੰਥੀਆਂ ਦੇ ਅਸਥਾਨ ਸਨ, ਅੱਜ ਤੇ ਪੰਜਾਬ ਵਿੱਚ ਸੜਕਾਂ ਨੇ, ਸਕੂਲ ਨੇ, ਕਾਲਜ ਨੇ, ਸਭ ਕੁਝ ਬਣ ਗਿਆ ਹੈ, ਪਰ ਸੇਵਾ ਪੰਥੀਆਂ ਦੇ ਸਥਾਨਾਂ 'ਤੇ ਬਾਣ ਵੱਟਿਆ ਜਾਂਦਾ ਸੀ ਔਰ ਉਹਨਾਂ ਦੀਆਂ ਮੰਜੀਆਂ ਤਿਆਰ ਕੀਤੀਆਂ ਜਾਂਦੀਆਂ ਸਨ, ਔਰ ਉਹ ਬਾਣ ਤੇ ਉਸ ਬਾਣ ਦੀਆਂ ਮੰਜੀਆਂ 'ਤੇ ਸੰਗਤ ਆਰਾਮ ਕਰਦੀ ਸੀ। ਜਦੋਂ ਧਰਮਸ਼ਾਲਾ ਹੁੰਦੀਆਂ ਸਨ, ਗੁਰਦੁਆਰਾ ਸਾਹਿਬ ਨਹੀਂ ਸਨ ਹੁੰਦੇ, ਔਰ ਨਾਲ ਜਲ ਘੜਿਆਂ ਵਿੱਚ ਭਰ ਕੇ ਰੱਖਿਆ ਜਾਂਦਾ ਸੀ, ਉਹ ਜਲ ਛਕਾਇਆ ਜਾਂਦਾ ਸੀ। ਇਹਨਾਂ ਸਥਾਨਾਂ 'ਤੇ ਇੱਕ ਅੱਡਣ ਸਿਆਹੀ ਹੁੰਦੀ ਸੀ ਜਿਹੜੀ ਤਿਆਰ ਕੀਤੀ ਜਾਂਦੀ ਸੀ, ਔਰ ਉਸ ਸਿਆਹੀ ਨਾਲ ਪਾਵਨ ਬੀੜਾਂ ਜਿਹੜੀਆਂ ਉਹ ਲਿਖੀਆਂ ਜਾਂਦੀਆਂ ਸਨ। ਅੱਜ ਤੇ ਹੱਥ ਲਿਖਤ ਬੀੜਾਂ ਨੇ, ਪਰ ਉਦੋਂ ਤੋਂ ਬੀੜ ਵੀ ਸਾਰੀਆਂ ਜਿਹੜੀਆਂ ਸਨ ਉਹ ਸਾਰੀਆਂ ਹੀ ਹੱਥ ਲਿਖਤ ਬੀੜਾਂ ਸਨ। ਇੱਕ ਕੱਖਾਂ ਕਾਨਿਆਂ ਦੀ ਕੁੱਲੀ ਵਿੱਚ ਬੈਠ ਕੇ ਇੱਕ ਸੇਵਾ ਪੰਥੀ ਸਿਆਹੀ ਘੋਟ ਰਿਹਾ ਸੀ। ਦੂਜਾ ਜਿਹੜਾ ਬਹੁਤ ਵਧੀਆ ਖੁਸ਼ ਖੱਤ ਲਿਖਣ ਵਾਲਾ ਇੱਕ ਸੰਤ ਹੈ, ਉਹ ਦੂਸਰੀ ਕੁਟੀਆ ਵਿੱਚ ਲਿਖ ਕੇ ਪਾਵਨ ਪੰਨੇ ਲਿਖਦਾ ਸੀ। ਇੱਕ ਉਹਨਾਂ ਨੂੰ ਲੰਗਰ ਛਕਾਉਂਦਾ ਸੀ, ਇੱਕ ਆਈ ਸੰਗਤ ਨੂੰ ਜਲ ਛਕਾਉਂਦਾ ਸੀ, ਇੱਕ ਬਾਣ ਵੱਟੀ ਜਾ ਰਿਹਾ ਸੀ। ਇਸ ਤਰ੍ਹਾਂ ਸਾਰੇ ਆਪਣੇ ਆਪਣੇ ਕੰਮ ਵਿੱਚ ਮਸਤ ਸਨ। ਅੱਜ ਭਾਵੇਂ ਸਰੂਪ ਬਦਲ ਗਿਆ ਇਹਨਾਂ ਸਾਰੇ ਸਥਾਨਾਂ ਦਾ, ਪਰ ਉਸ ਸਮੇਂ ਦਾ ਅਨੰਦਪੁਰ ਸਾਹਿਬ ਔਰ ਉਸ ਸਮੇਂ ਦਾ ਜਿੱਥੋਂ ਭਾਈ ਕਨ੍ਹਈਆ ਸਾਹਿਬ, ਕਿਉਂਕਿ ਭਾਈ ਕਨ੍ਹਈਆ ਸਾਹਿਬ ਇੱਕ ਬਹੁਤ ਅਮੀਰ ਘਰਾਣੇ ਵਿੱਚ ਪੈਦਾ ਹੋਏ ਸਨ। ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਭਾਈ ਕਨ੍ਹਈਆ ਸਾਹਿਬ ਦੇ ਇੱਕ ਬਹੁਤ ਵੱਡੀ ਸੇਵਾ ਨਿਭਾਉਂਦੇ ਸਨ। ਉਹ ਸੇਵਾ ਸੀ ਆਰਮੀ ਨੂੰ ਰਾਸ਼ਨ ਸਪਲਾਈ ਕਰਨ ਦੀ, ਔਰ ਵੱਡੇ ਘਰਾਣੇ ਵਿੱਚ ਪੈਦਾ ਹੋ ਕੇ ਭਾਈ ਕਨ੍ਹਈਆ ਸਾਹਿਬ ਨੇ ਏਡਾ ਵੱਡਾ ਮਾਣ ਲਿਆ ਮੇਰੇ ਪਾਤਸ਼ਾਹ ਕੋਲੋਂ। ਔਰ ਬਚਪਨ ਵਿੱਚ ਵੀ ਮੇਰੇ ਪਾਤਸ਼ਾਹ ਨੇ, ਉਹਨਾਂ ਨੇ ਜਦੋਂ ਬਚਪਨ ਦੀਆਂ ਗੱਲਾਂ ਪੁੱਛੀਆਂ ਭਾਈ ਕਨ੍ਹਈਆ ਸਾਹਿਬ ਨੂੰ, ਉਹਨਾਂ ਦੇ ਪਰਿਵਾਰ ਨੂੰ, ਤੇ ਪਰਿਵਾਰ ਕਲਗੀਧਰ ਪਾਤਸ਼ਾਹ ਦਾ ਸ਼ਰਧਾਲੂ ਸੀ, ਉਹਨਾਂ ਨੇ ਦੱਸਿਆ ਕਿ ਬਚਪਨ ਵਿੱਚ ਵੀ ਲੋਕਾਂ ਦਾ ਭਾਰ ਢੋਂਦਾ ਸੀ। ਜੇ ਕੋਈ ਰਾਹੀ ਪੈਂਡਾ ਕਰਦਾ ਸੀ ਤੇ ਵਜਨ ਚੁੱਕ ਕੇ ਲਿਜਾਂਦਾ ਸੀ, ਤੇ ਉਸ ਵਜਨ ਨੂੰ ਚੁੱਕ ਕੇ ਭਾਈ ਕਨ੍ਹਈਆ ਸਾਹਿਬ ਲੋਕਾਂ ਦੇ ਘਰ ਤੱਕ ਛੱਡ ਆਉਂਦਾ ਸੀ। ਕੋਈ ਬਜ਼ੁਰਗ, ਕੋਈ ਮਾਤਾ, ਕੋਈ ਭੈਣ, ਕੋਈ ਬਜ਼ੁਰਗ ਜਦੋਂ ਭਾਰ ਚੁੱਕਿਆ ਨਹੀਂ ਸੀ ਜਾਂਦਾ, ਤੇ ਭਾਈ ਕਨ੍ਹਈਆ ਜੀ ਕਹਿੰਦਾ ਸੀ ਕਿ ਮੈਂ ਚੁੱਕ ਕੇ ਤੁਹਾਡੇ ਘਰ ਛੱਡ ਆਵਾਂਗਾ। ਤੇ ਮਾਂ ਪਿਓ ਇਹ ਆਖਦੇ ਸਨ ਭਾਈ ਕਨ੍ਹਈਆ ਸਾਹਿਬ ਨੂੰ ਕਿ ਬੇਟਾ ਤੂੰ ਬਗਾਰੀ ਬਣ ਕੇ ਕਿੰਨਾ ਕੁ ਚਿਰ ਰਹੇਗਾ, ਬਗਾਰ ਕਰਨੀ ਬੜੀ ਔਖੀ ਹੈ। ਪਰ ਭਾਈ ਕਨ੍ਹਈਆ ਸਾਹਿਬ ਕਹਿੰਦੇ ਸਨ ਮੈਨੂੰ ਤੁਸੀਂ ਬਗਾਰੀ ਜਾਣ ਲਓ, ਪਰ ਮੇਰੇ ਕੋਲੋਂ ਸੇਵਾ ਨਾ ਲਓ, ਇਹ ਸੇਵਾ ਤੇ ਕਰਨੀ ਹੈ। ਸੋ ਇਸ ਤਰ੍ਹਾਂ ਭਾਈ ਕਨ੍ਹਈਆ ਸਾਹਿਬ ਦਾ ਜੀਵਨ ਆਰੰਭ ਹੁੰਦਾ ਹੈ। ਆਪਾਂ ਚੰਦ ਮਿੰਟਾਂ ਵਿੱਚ ਹੀ ਮਹਾਂਪੁਰਸ਼ਾਂ ਦੇ ਨਾਲ ਭਾਈ ਕਨ੍ਹਈਆ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਆਏ ਹਾਂ, ਔਰ ਮੈਂ ਬੇਨਤੀ ਕਰਾਂਗਾ ਇਸ ਸਥਾਨ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਅਸੀਂ ਮਿਲਾਵਾਂਗੇ ਤੁਹਾਨੂੰ। ਸੋ ਮੈਂ ਬੜੇ ਸਤਿਕਾਰ ਅਤੇ ਅਦਬ ਦੇ ਨਾਲ ਉਸ ਸਥਾਨ ਦੇ ਦਰਸ਼ਨ ਕਰਵਾਵਾਂਗੇ, ਔਰ ਸਤਿਕਾਰਯੋਗ ਇਸ ਸਥਾਨ ਦੇ ਬਾਬਾ ਦਿਲਬਾਗ ਸਿੰਘ ਜੀ ਜਿਹੜੇ ਇਸ ਸਥਾਨ ਦੇ ਮੁਖੀ ਨੇ, ਉਹਨਾਂ ਦੇ ਦਰਸ਼ਨ ਵੀ ਕਰਾਂਗੇ, ਔਰ ਉਹਨਾਂ ਦੇ ਨਾਲ ਇਸ ਸਥਾਨ ਸੰਬੰਧੀ ਭਾਈ ਕਨ੍ਹਈਆ ਦੇ ਜੀਵਨ ਸੰਬੰਧੀ ਵਿਚਾਰਾਂ ਕਰਾਂਗੇ। ਸਤਿਗੁਰੂ ਸਾਡੇ ਸਭਨਾਂ 'ਤੇ ਰਹਿਮਤ ਕਰਨਗੇ, ਬਖਸ਼ਿਸ਼ ਕਰਨਗੇ। ਸਮੁੱਚੀ ਮਾਨਵਤਾ ਲਈ ਜਿਹੜਾ ਇਤਿਹਾਸ ਭਾਈ ਕਨ੍ਹਈਆ ਸਾਹਿਬ ਸਿਰਜ ਗਏ ਨੇ, ਉਹ ਸਿੱਖ ਕੌਮ ਦਾ ਕੀਮਤੀ ਨਿਸ਼ਾਨਾ ਹੈ, ਔਰ ਬਹੁਤ ਕੀਮਤੀ ਖਜ਼ਾਨਾ ਹੈ। ਉਹ ਖਜ਼ਾਨਾ ਜਿਹੜਾ ਕਦੇ ਵੀ ਨਹੀਂ ਮੁੱਕ ਸਕਦਾ, ਜਿਸ ਵਿੱਚੋਂ ਮਾਨਵਤਾ ਦੇ ਪਿਆਰ ਦੀ ਝਲਕ ਮਿਲਦੀ ਹੈ, ਮਨੁੱਖਤਾ ਦੇ ਪਿਆਰ ਦੀ ਝਲਕ ਮਿਲਦੀ ਹੈ। ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਕਿਉਂਕਿ ਸਾਡਾ ਇੱਕ ਵਿਸ਼ਵਾਸ ਹੈ ਸ਼ਬਦ ਨੂੰ ਮੰਨਣ ਵਾਲਿਆਂ ਦਾ ਕਿ ਅਕਾਲ ਪੁਰਖ ਵਾਹਿਗੁਰੂ ਇਨਸਾਨ ਵਿੱਚ ਵਸਦਾ ਹੈ, ਮਨੁੱਖਤਾ ਵਿੱਚ ਵਸਦਾ ਹੈ। ਔਰ ਇਹ ਗੱਲ ਭਾਈ ਕਨ੍ਹਈਆ ਸਾਹਿਬ ਨੇ ਪ੍ਰਗਟ ਕਰਕੇ ਵਿਖਾ ਦਿੱਤੀ ਸੀ, ਔਰ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ ਸਨ। ਅੱਜ ਅਸੀਂ ਭਾਈ ਕਨ੍ਹਈਆ ਸਾਹਿਬ ਦੇ ਪਾਵਨ ਸਥਾਨ 'ਤੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਹਾਂ, ਔਰ ਇਸ ਸਥਾਨ ਦੇ ਮੁਖੀ ਨੇ ਸਤਿਕਾਰਯੋਗ ਬਾਬਾ ਦਿਲਬਾਗ ਸਿੰਘ ਜੀ, ਔਰ ਜਿਹੜੇ ਸੇਵਾ ਪੰਥੀ ਸੰਪਰਦਾ ਦੇ ਸਤਿਕਾਰਤ ਹਸਤੀ ਨੇ। ਔਰ ਇਸ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਦਿਲਬਾਗ ਸਿੰਘ ਜੀ ਹੋਰੀ ਇੱਕ ਅਸਥਾਨ, ਬਹੁਤ ਸਾਰੇ ਸੇਵਾ ਪੰਥੀ ਸੰਪਰਦਾ ਦੇ ਸਥਾਨ ਨੇ ਦੇਸ਼ ਵਿੱਚ, ਰੋਹਤਕ ਵਾਲਾ ਸਥਾਨ ਵੀ ਮਹਾਂਪੁਰਸ਼ ਉਸ ਸਥਾਨ ਦੀ ਵੀ ਸੇਵਾ ਨਾਲ ਨਿਭਾਉਂਦੇ ਨੇ। ਮੈਂ ਬੇਨਤੀ ਕਰਾਂਗਾ ਬਾਬਾ ਜੀ ਨੂੰ, ਬਾਬਾ ਦਿਲਬਾਗ ਸਿੰਘ ਜੀ ਹੋਰਾਂ ਨੂੰ, ਕਿ ਤੁਸੀਂ ਸਰੋਤਿਆਂ ਨੂੰ ਦੱਸੋ ਕਿ ਇਤਿਹਾਸ ਦਾ ਇੱਕ ਅਹਿਮ ਪੰਨਾ ਜਿਹੜਾ ਭਾਈ ਕਨ੍ਹਈਆ ਸਾਹਿਬ ਨਾਲ ਜੁੜਦਾ ਹੈ, ਉਹਨਾਂ ਦਾ ਬਚਪਨ ਵੀ ਦੱਸੋ, ਉਹਨਾਂ ਦਾ ਜੀਵਨ ਵੀ ਦੱਸੋ, ਉਹਨਾਂ ਦੀ ਸਿੱਖਿਆ ਸੰਬੰਧੀ ਸਾਡੇ ਨਾਲ ਸੰਗਤ ਨਾਲ ਚਾਨਣਾ ਪਾਓ। ਬੜੇ ਅਦਬ ਤੇ ਸਤਿਕਾਰ ਨਾਲ ਬਾਬਾ ਜੀ ਨੂੰ ਬੇਨਤੀ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ,
ਪੂਰਨ ਬ੍ਰਹਮ ਗਿਆਨੀ ਭਾਈ ਕਨ੍ਹਈਆ ਸਾਹਿਬ ਜੀ ਮਹਾਰਾਜ ਜੀ ਦਾ ਇਹ ਮੁੱਖ ਸਥਾਨ ਹੈ, ਜਿੱਥੇ ਭਾਈ ਕਨ੍ਹਈਆ ਸਾਹਿਬ ਜੀ 1704 ਤੋਂ ਪਹਿਲਾਂ ਜਦੋਂ ਜੰਗ ਹੋ ਰਹੇ ਸਨ ਅਨੰਦਪੁਰ ਦੀ ਪਾਵਨ ਧਰਤੀ 'ਤੇ, ਉਸ ਵੇਲੇ ਭਾਈ ਕਨ੍ਹਈਆ ਸਾਹਿਬ ਜੀ ਮਹਾਰਾਜ ਪਾਣੀ ਪਿਲਾਉਂਦੇ ਸਨ ਜੰਗ ਵਿੱਚ। ਭਾਈ ਕਨ੍ਹਈਆ ਸਾਹਿਬ ਜੀ ਮਹਾਰਾਜ 'ਤੇ ਬਖਸ਼ਿਸ਼ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ। ਬਚਪਨ ਤੋਂ ਹੀ ਉਹਨਾਂ ਦੇ ਅੰਦਰ ਵੈਰਾਗ ਸੀ ਔਰ ਵਿਚਰਦੇ ਸਨ ਵੀ ਸਾਨੂੰ ਮਹਾਂਪੁਰਖ ਮਿਲ ਜਾਏ, ਸਾਨੂੰ ਕੋਈ ਪੂਰਨ ਮਹਾਂਪੁਰਖ ਮਿਲ ਜਾਏ ਅਤੇ ਆਪਣੇ ਵਾਹਿਗੁਰੂ ਪਰਮਾਤਮਾ ਦੇ ਮੈਂ ਦੀਦਾਰ ਕਰਾਂ। ਉਹਨਾਂ ਨੇ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ। ਅੰਤ ਵਿੱਚ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਕੀਤੀ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਦਰਸ਼ਨ ਕੀਤੇ ਭਾਈ ਕਨ੍ਹਈਆ ਸਾਹਿਬ ਜੀ ਨੇ, ਮਨ ਗਦਗਦ ਹੋ ਗਿਆ, ਮਨ ਨਿਹਾਲ ਹੋ ਗਿਆ। ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਕਨ੍ਹਈਆ ਸਾਹਿਬ ਜੀ ਨੂੰ ਜਲ ਲਿਆਉਣ ਦੀ ਸੇਵਾ ਬਖਸ਼ ਦਿੱਤੀ। ਕਨ੍ਹਈਆ, ਤੂੰ ਗੁਰੂ ਦੇ ਲੰਗਰਾਂ ਵਾਸਤੇ ਜਲ ਲੈ ਕੇ ਆਉਣਾ ਹੈ। ਭਾਈ ਕਨ੍ਹਈਆ ਸਾਹਿਬ ਜੀ 7 ਬਚਨ ਮੰਨ ਕੇ ਪਾਣੀ ਦੀ ਗਾਗਰ ਲੈ ਕੇ ਤੁਰ ਪਏ। ਭਾਈ ਕਨ੍ਹਈਆ ਸਾਹਿਬ ਜੀ ਸਤਲੁਜ ਦੇ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲੈ ਆਏ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਹ ਪਾਣੀ ਦੀ ਗਾਗਰ ਲਈ ਆਪਣੇ ਚਰਨ ਧੋਤੇ ਅਤੇ ਪਾਣੀ ਡੋਲ ਦਿੱਤਾ। ਦੂਸਰੀ ਵਾਰ ਫਿਰ ਭਾਈ ਕਨ੍ਹਈਆ ਸਾਹਿਬ ਜੀ ਗਾਗਰ ਲੈ ਕੇ ਸਤਲੁਜ ਦਰਿਆ 'ਤੇ ਚਲੇ ਗਏ, ਪਾਣੀ ਦੀ ਗਾਗਰ ਲੈ ਕੇ ਫਿਰ ਆਏ। ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਜਲ ਲੈ ਲਿਆ, ਆਪਣੇ ਹੱਥ ਧੋਤੇ, ਥੋੜ੍ਹਾ ਪਾਣੀ ਬਰਤਨ ਵਿੱਚ ਲਿਆਂਦਾ ਅਤੇ ਫਿਰ ਡੋਲ ਦਿੱਤਾ। ਤੀਸਰੀ ਵਾਰ ਫਿਰ ਭਾਈ ਕਨ੍ਹਈਆ ਸਾਹਿਬ ਜੀ ਪਾਣੀ ਦੀ ਗਾਗਰ ਭਰ ਕੇ ਲੈ ਆਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸੇ ਤਰ੍ਹਾਂ ਉਹਨਾਂ ਨੇ ਆਪਣੇ ਚਰਨ ਧੋਤੇ, ਕੋਈ ਜਲ ਪਾਣੀ ਪੀਤਾ। ਪਾਣੀ ਪੀਣ ਤੋਂ ਬਾਅਦ ਫਿਰ ਔੜ ਦਿੱਤਾ। ਭਾਈ ਕਨ੍ਹਈਆ ਸਾਹਿਬ ਦੇ ਮੱਥੇ 'ਤੇ ਕੋਈ ਵੱਟ ਨਹੀਂ ਪਿਆ, ਕੋਈ ਸ਼ਿਕਨ ਨਹੀਂ ਆਇਆ ਵੀ ਮੈਂ ਇਤਨੀ ਮਿਹਨਤ ਕਰਕੇ ਇਤਨੀ ਕਠਿਨਾਈ ਨਾਲ ਪਾਣੀ ਲੈ ਕੇ ਆਉਣਾ ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਰੋੜ ਦਿੰਦੇ ਨੇ। ਅੰਤਰਜਾਮੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੇਖ ਰਹੇ ਸਨ ਵੀ ਆਉਣ ਵਾਲੇ ਸਮੇਂ ਵਿੱਚ ਇਹ ਪਾਣੀ ਦੁਸ਼ਮਣਾਂ ਨੂੰ ਕਿਵੇਂ ਪਿਲਾਏਗਾ। ਜੇ ਅੱਜ ਇਸ ਨੇ ਮਹਿਸੂਸ ਕੀਤਾ ਜਾਂ ਇਹਦੇ ਮਨ 'ਚ ਕੋਈ ਸ਼ਿਕਵਾ ਆਏਗਾ ਤਾਂ ਇਹ ਪਾਣੀ ਦੀ ਸੇਵਾ ਨਹੀਂ ਕਰ ਸਕੇਗਾ। ਪਰ ਧੰਨ ਭਾਈ ਕਨ੍ਹਈਆ ਸਾਹਿਬ, ਉਹਨਾਂ ਦੇ ਅੰਦਰ ਇੱਕ ਨਿਮਰਤਾ ਸੀ, ਇੱਕ ਭਾਵਨਾ ਸੀ, ਇੱਕ ਉਹਨਾਂ ਦੇ ਅੰਦਰ ਇੱਕ ਵਿਵੇਕ ਸੀ, ਇੱਕ ਵਿਚਾਰ ਸੀ, ਮਾਨਵਤਾ ਦੀ ਸੇਵਾ ਲਈ ਉਹਨਾਂ ਦੇ ਅੰਦਰ ਪਿਆਰ ਸੀ। ਉਹਨਾਂ ਨੇ ਸਤਿਗੁਰਾਂ ਦੀ ਬਚਨ ਮੰਨ ਕੇ ਗੁਰੂ ਕੇ ਲੰਗਰਾਂ ਵਾਸਤੇ ਜਲ ਢੋਣ ਦੀ ਸੇਵਾ ਕੀਤੀ। ਲਗਾਤਾਰ ਪਾਣੀ ਢੋਂਦੇ ਰਹੇ ਅਤੇ ਨਾਲ ਨਾਲ ਸਤਿਗੁਰੂ ਜੀ ਦੇ ਜੋ ਘੋੜੇ ਸਨ ਉਹਨਾਂ ਦੇ ਤਵੇਲੇ ਵਿੱਚ ਸੇਵਾ ਕਰਨੀ, ਘੋੜਿਆਂ ਨੂੰ ਖੁਰਖਰਾ ਕਰਾਉਣਾ, ਪਾਣੀ ਪਿਲਾਉਣਾ, ਪੱਠੇ ਲਿਆ ਕੇ ਸੁੱਟਣੇ ਅਤੇ ਕਦੇ ਕਦੇ ਬਰਾਗ ਵਿੱਚ ਆ ਕੇ ਉਹਨਾਂ ਘੋੜਿਆਂ ਨਾਲ ਗੱਲਾਂ ਕਰਨੀਆਂ ਵੀ ਤੂੰ ਕਿੰਨਾ ਚੰਗਾ ਹੈ, ਤੂੰ ਮੇਰੇ ਗੁਰੂ ਨੂੰ ਆਪਣੇ ਪਿੱਠ 'ਤੇ ਬਿਠਾਉਣਾ ਹੈ, ਤੂੰ ਉਹਨਾਂ ਨੂੰ ਬਾਹਰ ਲੈ ਕੇ ਜਾਣਾ ਹੈ ਅਤੇ ਉਹਨਾਂ ਦੇ ਅੱਖਾਂ 'ਚ ਬਰਾਗ ਆ ਜਾਣਾ ਹੈ। ਅੰਤਰਜਾਮੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਕਨ੍ਹਈਆ ਸਾਹਿਬ ਜੀ ਦੇ ਅੰਦਰ ਦੀ ਜੋ ਭਾਵਨਾ ਸੀ, ਜੋ ਉਹਨਾਂ ਅੰਦਰ ਸਿਦਕ ਸੀ, ਜੋ ਪ੍ਰੇਮ ਸੀ, ਉਸ ਨੂੰ ਵੇਖ ਰਹੇ ਸਨ। ਅਚਾਨਕ ਇੱਕ ਦਿਨ ਤਵੇਲੇ ਵਿੱਚ ਆ ਗਏ, ਭਾਈ ਕਨ੍ਹਈਆ ਸਾਹਿਬ ਦੇ ਸਿਰ 'ਤੇ ਹੱਥ ਰੱਖ ਦਿੱਤਾ ਸਤਿਗੁਰੂ ਜੀ ਨੇ। ਬਸ ਫਿਰ ਕਿਸੇ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ। ਉਹਨਾਂ ਨੂੰ ਅੰਦਰ ਪ੍ਰਕਾਸ਼ ਹੋ ਗਿਆ, ਗਿਆਨ ਦੀ ਝਲਕ ਪੈ ਗਈ ਅਤੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਕਨ੍ਹਈਆ, ਤੈਨੂੰ ਭਰੋਸਗੀ ਦੀ ਦਾਤ ਮਿਲੀ ਹੈ, ਤੂੰ ਭਰੋਸਾ ਰੱਖਿਆ, ਤੂੰ ਵਿਸ਼ਵਾਸ ਰੱਖਿਆ, ਤੂੰ ਆਪਣਾ ਮਨ ਡੁਲਾਇਆ ਨਹੀਂ, ਜਾਓ ਤੁਹਾਡੀ ਸੇਵਾ ਸਫਲ ਹੈ। ਅਤੇ ਸਤਿਗੁਰੂ ਜੀ ਨੂੰ ਭਾਈ ਕਨ੍ਹਈਆ ਜੀ ਨੇ ਬੇਨਤੀ ਕੀਤੀ, ਦਾਤਾ ਆਪਣੇ ਚਰਨਾਂ ਵਿੱਚ ਰੱਖੋ, ਤੁਹਾਡੇ ਚਰਨਾਂ ਤੋਂ ਮੈਂ ਦੂਰ ਨਹੀਂ ਜਾ ਸਕਦਾ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਕਨ੍ਹਈਆ, ਗੁਰੂ ਤੇ ਵਿਵੇਕ ਦਾ ਨਾਮ ਹੈ, ਵਿਚਾਰ ਦਾ ਨਾਮ ਹੈ। ਵਿਵੇਕ ਸਹਿਤ, ਵਿਚਾਰ ਸਹਿਤ ਜੋ ਵੀ ਸੇਵਾ ਕਰਨੀ ਹੈ ਉਹ ਗੁਰੂ ਦਰ ਪ੍ਰਵਾਨ ਹੋਏਗੀ। ਕਿਸੇ ਦੇ ਮਨ ਨੂੰ ਸੇਵਾ ਦੀ ਘਾਸੀ ਲਾਉਣੀ, ਗੁਰਮਤਿ ਦੀ ਘਾਸੀ ਪਾਉਣੀ, ਇਹੀ ਸੇਵਾ। ਜਾਓ ਸੇਵਾ ਕਮਾਓ। ਭਾਈ ਕਨ੍ਹਈਆ ਸਾਹਿਬ ਜੀ ਨੇ ਫਿਰ ਅਟਕ ਦਰਿਆ ਦੇ ਕੋਲ ਕੈਮਲਪੁਰਾ ਸ਼ਹਿਰ ਵਿੱਚ ਕਵਾ ਪਿੰਡ ਜਾ ਕੇ ਧਰਮਸ਼ਾਲਾ ਬਣਾਈ, ਜਿੱਥੇ ਸੇਵਾ ਉਹਨਾਂ ਨੇ ਆਰੰਭ ਕੀਤੀ। ਇਹ ਕੈਮਲਪੁਰ ਜ਼ਿਲ੍ਹਾ ਅਟਕ ਦੇ ਨੇੜੇ ਪਿੰਡ ਕਵਾ ਹੈ। ਉੱਥੇ ਭਾਈ ਕਨ੍ਹਈਆ ਸਾਹਿਬ ਜੀ ਨੇ ਬਹੁਤ ਵੱਡੀ ਧਰਮਸ਼ਾਲਾ ਬਣਾਈ। ਤਕਰੀਬਨ 250 ਘੜਾ ਪਾਣੀ ਦਾ ਹਰ ਵੇਲੇ ਰਾਹੀਆਂ ਵਾਸਤੇ, ਦੁਖੀਆਂ ਵਾਸਤੇ, ਪਿਆਸਿਆਂ ਲਈ ਹਰ ਵੇਲੇ ਤਿਆਰ ਰਹਿੰਦਾ ਸੀ। ਮੰਜੇ ਬਿਸਰੇ ਅਤੇ ਗੁਰੂ ਦਾ ਲੰਗਰ ਭਾਈ ਕਨ੍ਹਈਆ ਸਾਹਿਬ ਜੀ ਨੇ ਉੱਥੇ ਚਲਾਇਆ। ਪਰ 1675 ਵਿੱਚ ਅਚਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਤਿਲਕ ਜੰਜੂ
ਰਾਖਾ ਪ੍ਰਭ ਤਾਂਕਾ, ਕਿਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਤੀਜਨ ਕਰੀ, ਸੀਸ ਦਿਆ ਪਰ ਸੀ ਨਾ ਚਰੀ। ਉਹਨਾਂ ਆਪਣਾ ਬਲੀਦਾਨ ਦੇ ਦਿੱਤਾ ਹੈ। ਭਾਈ ਕਨ੍ਹਈਆ ਸਾਹਿਬ ਜੀ ਨੂੰ ਪਤਾ ਲੱਗਾ, ਫਿਰ ਉਹ ਚੱਲ ਕੇ ਕਵੇ ਤੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆ ਗਏ। ਬਸ ਫਿਰ ਕਿਸੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਲਿਪਟ ਗਏ, ਵਿਰਾਗ ਕੀਤਾ। ਸਤਿਗੁਰੂ ਜੀ ਨੇ ਪਿਆਰ ਕੀਤਾ, ਥਾਪੜਾ ਦਿੱਤਾ, ਕਨ੍ਹਈਆ ਜੀ ਸੇਵਾ ਕਰੋ। ਫਿਰ ਭਾਈ ਕਨ੍ਹਈਆ ਸਾਹਿਬ ਜੀ ਨੇ ਫਿਰ ਗੁਰੂ ਦੇ ਲੰਗਰਾਂ ਦੀ ਸੇਵਾ ਆਰੰਭ ਕੀਤੀ। ਉਹਨਾਂ ਦਿਨਾਂ ਵਿੱਚ ਹੀ ਜੰਗ ਹੋ ਰਹੇ ਸਨ, ਜੰਗਾਂ ਯੁੱਧਾਂ ਦਾ ਸਮਾਂ ਸੀ। ਤਕਰੀਬਨ 1701 ਵਿੱਚ ਇਸ ਪਾਵਨ ਧਰਤੀ 'ਤੇ ਅਨੰਦਪੁਰ ਵਿੱਚ ਜੰਗ ਸ਼ੁਰੂ ਸਨ, ਜੰਗ ਹੋ ਰਹੇ ਸਨ। ਅਤੇ ਭਾਈ ਕਨ੍ਹਈਆ ਸਾਹਿਬ ਜੀ ਮਹਾਰਾਜ ਪਾਣੀ ਦੀ ਮਸ਼ਕ ਲੈ ਕੇ ਜੰਗ ਵਿੱਚ ਫੱਟੜ ਜਿਹੜੇ ਸਿਪਾਹੀ ਹੁੰਦੇ ਸਨ ਉਹਨਾਂ ਨੂੰ ਪਾਣੀ ਪਿਲਾਉਂਦੇ ਸਨ। ਸਿੱਖਾਂ ਨੇ ਸ਼ਿਕਾਇਤ ਕੀਤੀ, ਜੋ ਸੂਰਬੀਰ ਯੋਧੇ ਸਨ, ਕਲਗੀਧਰ ਪਾਤਸ਼ਾਹ ਜੀਓ, ਅਸੀਂ ਦੁਸ਼ਮਣਾਂ ਨੂੰ ਮਾਰਦੇ ਹਾਂ, ਫੱਟੜ ਕਰਦੇ ਹਾਂ। ਇਹ ਭਾਈ ਕਨ੍ਹਈਆ ਮਸ਼ਕ ਲੈ ਕੇ ਉਹਨਾਂ ਨੂੰ ਪਾਣੀ ਪਿਲਾਉਂਦਾ ਹੈ, ਮੁੜ ਕੇ ਉਹਨਾਂ ਨੂੰ ਜਿੰਦਾ ਜੀਵਤ ਕਰਦਾ। ਉਹ ਸਾਡੇ ਨਾਲ ਫਿਰ ਲੜਦੇ ਨੇ। ਦਾਤਾ ਜੀ ਕਿਤੇ ਇਹ ਦੁਸ਼ਮਣਾਂ ਨਾਲ ਤੇ ਨਹੀਂ ਰਲਿਆ ਹੋਇਆ, ਇਹਨੂੰ ਸਮਝਾਓ। ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜਾਣਦੇ ਸਨ, ਪਰ ਸੂਰਬੀਰ ਯੋਧੇ ਗੁਰਸਿੱਖਾਂ ਦੇ ਮਨ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਸਤਿਗੁਰੂ ਜੀ ਨੇ ਭਾਈ ਕਨ੍ਹਈਆ ਜੀ ਨੂੰ ਕੋਲ ਬੁਲਾਇਆ। ਭਾਈ ਕਨ੍ਹਈਆ, ਤੇਰੀ ਸਿੰਘ ਸ਼ਿਕਾਇਤ ਕਰਦੇ ਨੇ, ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾਉਣਾ। ਭਾਈ ਕਨ੍ਹਈਆ ਸਾਹਿਬ ਜੀ ਜੋ ਇੱਕ ਅਲਵੇਲੇ ਇੱਕ ਰੰਗ ਵੀ ਸਨ, ਪ੍ਰੇਮ ਵੀ ਸਨ, ਹੱਥ ਜੋੜ ਲਏ, ਦਾਤਾ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਉਂਦਾ। ਸਿੱਖਾਂ ਨੂੰ ਪਾਣੀ ਪਿਲਾਉਣਾ ਜੀ ਦਾਤਾ ਨਹੀਂ, ਮੁਸਲਮਾਨਾਂ ਨੂੰ ਪਿਲਾਉਣਾ ਜੀ ਨਹੀਂ। ਅਤੇ ਫਿਰ ਜਿਹੜੇ ਪਹਾੜ ਦੇ ਸਿਪਾਹੀ ਨੇ ਉਹਨਾਂ ਨੂੰ ਪਾਣੀ ਪਿਲਾਉਂਦਾ, ਕਹਿੰਦਾ ਨਹੀਂ ਦਾਤਾ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਸਾਰੇ ਦਿਸਾਈ। ਦਾਤਾ ਸਭ ਤੂੰ ਹੈ, ਤੁਸੀਂ ਮੈਨੂੰ ਸਿਖਾਇਆ ਮਾਨਸ ਕੀ ਜਾਤ ਸਭ ਹੈ ਕੇ ਪਹਿਚਾਨ। ਉਹ ਦਾਤਾ ਜਦੋਂ ਕੋਈ ਫੱਟੜ ਹੋ ਕੇ ਹਾਏ ਪਾਣੀ ਪੁਕਾਰ ਕਰਦਾ ਹੈ, ਮੈਨੂੰ ਇੰਝ ਲੱਗਦਾ ਤੁਸੀਂ ਹੀ ਮੰਗ ਰਹੇ ਹੋ, ਤੁਸੀਂ ਡਿੱਗੇ ਹੋ। ਦਾਤਾ ਮੈਂ ਤਾਂ ਤੁਹਾਡੇ ਮੁੱਖ 'ਚ ਪਾਣੀ ਪਿਲਾਉਣਾ, ਤੁਹਾਤੋਂ ਬਿਨਾਂ ਮੈਨੂੰ ਕੋਈ ਹੋਰ ਦਿਸਦਾ ਹੀ ਨਹੀਂ। ਜਿਮ ਸਿੰਘਨ ਕੋ ਜਾਏ ਪਿਲਾਵੈ, ਤਿਮ ਤੁਰਕਨ ਕੋ ਨਿਤਰ ਬਤਾਵੈ, ਨਹੀਂ ਪਹਾੜੀ ਮੈਂ ਕੋਈ ਦੂਜਾ, ਜਹ ਕਹਿ ਕਰੇ ਆਪ ਕੀ ਪੂਜਾ। ਮੈਂ ਤਾਂ ਦਾਤਾ ਆਪ ਜੀ ਦੀ ਪੂਜਾ ਕਰਦਾ, ਮੈਂ ਤਾਂ ਆਪ ਜੀ ਦੀ ਸੇਵਾ ਕਰਦਾ। ਇਹ ਪਾਣੀ ਵੀ ਆਪ ਜੀ ਦਾ, ਸੇਵਾ ਵੀ ਆਪ ਜੀ ਦੀ, ਹਿੰਦੂ ਵੀ ਆਪ ਜੀ ਦੇ ਨੇ, ਮੁਸਲਮਾਨ ਵੀ ਆਪ ਜੀ ਦੇ ਨੇ। ਦਾਤਾ ਮੈਂ ਆਪ ਜੀ ਦਾ, ਤੁਸੀਂ ਮੈਨੂੰ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗ ਹੀ, ਦੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਦਾਤਾ ਤੁਸੀਂ ਮੇਰੇ 'ਤੇ ਕਿਰਪਾ ਕੀਤੀ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਾ ਕੁਪਜਿਆ, ਕੌਣ ਭਲੇ ਕੋ ਮੰਦੇ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਨਿਆਈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਇਹ ਭਾਈ ਕਨ੍ਹਈਆ ਬ੍ਰਹਮ ਗਿਆਨੀ ਹੈ। ਕਹਿਣ ਲੱਗੇ ਖਾਲਸਾ ਜੀ ਇਹਨਾਂ ਦੇ ਨਾਮ 'ਤੇ ਸੇਵਾ ਪੰਥੀ ਸੰਪਰਦਾ ਚੱਲੇਗੀ, ਇਹ ਵੀ ਆਪਣੋ ਪੰਥ ਪ੍ਰਕਾਸ਼ ਹੈ, ਬਹੁਤ ਲੋਗਨ ਕੀ ਕੁਮਤ ਬਨਾਸੈ। ਭਾਈ ਕਨ੍ਹਈਆ ਸੇਵਾ ਕਰੋ, ਤੁਹਾਡੇ ਨਾਂ 'ਤੇ ਸੇਵਾ ਪੰਥੀ ਸੰਪਰਦਾ ਚੱਲੇਗੀ। ਇਹ ਜਿਹੜਾ ਸਥਾਨ ਹੈ ਭਾਈ ਕਨ੍ਹਈਆ ਸਾਹਿਬ ਜੀ ਦਾ, ਇਸ ਸਥਾਨ 'ਤੇ ਉਸ ਵੇਲੇ ਜੰਗ ਹੋਏ ਅਤੇ ਸੇਵਾ ਪੰਥੀ ਸੰਪਰਦਾ ਦੇ ਮਹਾਂਪੁਰਖਾਂ ਨੇ ਇਸ ਸਥਾਨ ਨੂੰ ਬਣਾਇਆ। ਅੱਜ ਵੀ ਪੰਥੀ ਸੰਪਰਦਾ ਬਾਰੇ ਬਾਬਾ ਜੀ ਕੁਝ ਦੱਸੋ ਸੰਗਤ ਨੂੰ, ਕਿਉਂਕਿ ਜਾਣਨਾ ਚਾਹੁੰਦੀ ਸਾਰੀ ਸੰਗਤ ਕਿ ਕਿਵੇਂ ਇਹ ਸੰਪਰਦਾ ਭਾਈ ਕਨ੍ਹਈਆ ਸਾਹਿਬ ਨੇ ਸ਼ੁਰੂ ਕੀਤੀ, ਉਹਨਾਂ ਤੋਂ ਬਾਅਦ ਕਿਸ ਤਰ੍ਹਾਂ ਇਹ ਸੰਪਰਦਾ ਹੁਣ ਤੱਕ ਪਹੁੰਚੀ। ਭਾਈ ਕਨ੍ਹਈਆ ਸਾਹਿਬ ਜੀ ਮਹਾਰਾਜ ਪੂਰਨ ਬ੍ਰਹਮ ਗਿਆਨੀ ਸਨ, ਕਵੇ ਸੇਵਾ ਕਰ ਰਹੇ ਸਨ। ਸਭ ਤੋਂ ਪਹਿਲਾਂ ਭਾਈ ਸੇਵਾ ਰਾਮ ਸਾਹਿਬ ਜੀ ਭਾਈ ਕਨ੍ਹਈਆ ਸਾਹਿਬ ਜੀ ਮਹਾਰਾਜ ਕੋਲ ਆਏ, ਔਰ ਉਹਨਾਂ ਦਾ ਪਿਆਰ ਵੇਖ ਕੇ, ਮਾਨਵਤਾ ਦੀ ਸੇਵਾ ਦੇਖ ਕੇ ਭਾਈ ਸੇਵਾ ਰਾਮ ਸਾਹਿਬ ਜੀ ਸਮਰਪਿਤ ਹੋ ਗਏ ਭਾਈ ਕਨ੍ਹਈਆ ਸਾਹਿਬ ਜੀ ਨੂੰ। ਭਾਈ ਕਨ੍ਹਈਆ ਸਾਹਿਬ ਜੀ ਤੋਂ ਬਾਅਦ ਭਾਈ ਸੇਵਾ ਰਾਮ ਸਾਹਿਬ ਜੀ ਇਸ ਸੇਵਾ ਨੂੰ ਨਿਭਾਉਂਦੇ ਰਹੇ। ਉਹਨਾਂ ਤੋਂ ਬਾਅਦ ਭਾਈ ਅੱਡਣ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ 250 ਚੇਲੇ ਸਾਧੂ ਸਨ, ਉਹਨਾਂ ਸਾਧੂਆਂ ਨੇ ਥਾਂ ਥਾਂ 'ਤੇ ਸਥਾਨ ਕਾਇਮ ਕੀਤੇ। ਜਲ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ, ਵਿਦਿਆ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਣਾਉਣੇ, ਔਰ ਬਾਣ ਵੱਟਣੇ ਆਪਣੀ ਕਿਰਿਆ ਵਾਸਤੇ। ਬਾਣ ਵੱਟ ਕੇ ਬਾਜ਼ਾਰ ਵਿੱਚ ਉਤਨੇ ਹੀ ਪੈਸੇ ਲੈਣੇ ਜਿਹਦੇ ਨਾਲ 2 ਸਮੇਂ ਦਾ ਲੰਗਰ ਸਾਧੂ ਨੂੰ ਮਿਲ ਜਾਏ। ਭਾਈ ਅੱਡਣ ਸਾਹਿਬ ਜੀ ਤੋਂ ਬਾਅਦ ਫਿਰ ਸਾਰੇ ਭਾਈ ਭੱਲਾ ਰਾਮ ਸਾਹਿਬ ਜੀ ਤੋਂ ਬਾਅਦ ਬਹੁਤ ਸਾਰੇ ਮਹਾਂਪੁਰਖ ਹੈ, ਬਹੁਤ ਸਾਰੇ ਪਾਕਿਸਤਾਨ ਵਿੱਚ ਸਥਾਨ ਸਨ। ਉਹਨਾਂ ਬਾਬਾ ਜੀ ਹੁਣ ਅੰਦਾਜ਼ਨ ਕਿੰਨੇ ਕੁ ਸਥਾਨ ਹੈ ਭਾਈ ਕਨ੍ਹਈਆ ਸਾਹਿਬ ਦੇ ਦੇਸ਼ ਵਿੱਚ? ਇਸ ਵੇਲੇ ਦੇਸ਼ ਵਿੱਚ ਤਕਰੀਬਨ 15 ਸਥਾਨ ਮਹਾਂਪੁਰਖਾਂ ਦੇ ਬਣਾਏ ਹੋਏ ਨੇ, ਜਿੱਥੇ ਵੱਖ-ਵੱਖ ਸਥਾਨਾਂ 'ਤੇ ਵਿਦਿਆ ਦਾ ਪ੍ਰਸਾਰ ਹੋ ਰਿਹਾ ਹੈ, ਗੁਰੂ ਦੇ ਲੰਗਰ ਚੱਲ ਰਹੇ ਨੇ, ਹੌਸਪੀਟਲ ਚੱਲ ਰਹੇ ਨੇ। ਇਹ ਭਾਈ ਕਨ੍ਹਈਆ ਸਾਹਿਬ ਜੀ ਦੀ ਬਖਸ਼ਿਸ਼ ਜਿਹੜੀ ਹੈ ਭਾਈ ਕਨ੍ਹਈਆ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ। ਸਿਹਤ ਦੇ ਖੇਤਰ ਵਿੱਚ ਕਿੱਥੇ ਕਾਰਜ ਹੋ ਰਹੇ ਨੇ, ਕਿਹੜੇ ਥਾਵਾਂ 'ਤੇ? ਇਸ ਵੇਲੇ ਜਮਨਾ ਨਗਰ ਵਿੱਚ ਜੋ ਸੇਵਾ ਪੰਥੀ ਸੰਪਰਦਾ ਦੇ ਪ੍ਰਧਾਨ ਸਾਹਿਬ ਨੇ ਮੰਤ ਕਰਮਜੀਤ ਸਿੰਘ ਜੀ, ਉਹ ਸੇਵਾ ਨਿਭਾ ਰਹੇ ਨੇ।
ਹੁਸ਼ਿਆਰਪੁਰ ਵਿੱਚ ਮੰਤ ਪ੍ਰਤਪਾਲ ਸਿੰਘ ਜੀ, ਪੂਰਨ ਬ੍ਰਹਮ ਗਿਆਨੀ ਬਾਬਾ ਜਵਾਹਰ ਸਿੰਘ ਜੀ ਖੁੰਡੇ ਵਾਲੇ, ਉਹਨਾਂ ਦੇ ਸਥਾਨ ਤੇ ਉਹ ਸੇਵਾ ਨਿਭਾ ਰਹੇ ਨੇ, ਜਿੱਥੇ 24 ਘੰਟੇ ਲੰਗਰ ਚੱਲਦੇ ਨੇ, ਬਲੱਡ ਦੀ ਸੇਵਾ ਹੁੰਦੀ ਹੈ, ਵਿਦਿਆ ਦੀ ਸੇਵਾ, ਅਨਾਥ ਯਤੀਮਾਂ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦੇ ਕੇ ਉਹ ਬੱਚਿਆਂ ਦਾ ਜੀਵਨ ਬਣਾਉਂਦੇ ਨੇ। ਸਿੱਖੀ ਦੇ ਪ੍ਰਚਾਰ ਵਾਸਤੇ ਜਿਹੜੇ ਬੱਚੇ ਨੇ ਕੀਰਤਨ ਕਰਨ ਵਾਸਤੇ, ਜਿਵੇਂ ਕਿ ਸੰਤ ਅਨੂਪ ਸਿੰਘ ਜੀ, ਭਾਈ ਓਂਕਾਰ ਸਿੰਘ ਜੀ, ਉਹਨਾਂ ਸਾਹਿਬ ਵਾਲੇ ਸਾਰੇ, ਇਹ ਉਹਨਾਂ ਮਹਾਂਪੁਰਖਾਂ ਦੀ ਦੇਣ ਹੈ। ਅੰਮ੍ਰਿਤਸਰ ਵਿੱਚ ਸਥਾਨ ਨੇ, ਰੋਹਤਕ ਵਿੱਚ ਸਥਾਨ ਹੈ, ਪੰਜਾਬੀ ਬਾਗ ਦਿੱਲੀ ਸਥਾਨ ਹੈ ਸਿਆਪੰਥੀ ਸੰਪਰਦਾ ਦਾ। ਬਹੁਤ ਸਾਰੇ ਸਥਾਨ ਅੰਮ੍ਰਿਤਸਰ ਵਿੱਚ ਨੇ। ਹਰ ਇੱਕ ਸਥਾਨ 'ਤੇ ਸਿਆਪੰਥੀ ਸੰਪਰਦਾ ਦੇ ਜੋ ਵੱਡੇ ਮਹਾਂਪੁਰਖ ਸਨ, ਜੋ ਉਹਨਾਂ ਨੇ ਅਸੂਲ ਬਣਾਏ, ਉਹਨਾਂ ਅਸੂਲਾਂ ਅਨੁਸਾਰ ਇੱਕ ਜੋ ਸੰਦੇਸ਼ ਹੈ ਸਿਆਪੰਥੀ ਸੰਪਰਦਾ ਦਾ, ਸਿਵਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਨੂੰ ਮੱਥਾ ਨਹੀਂ ਟੇਕਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੀ ਮੱਥਾ ਟੇਕਣਾ। ਸੇਵਾ ਸੌਂਪੀ ਜਾਂਦੀ ਹੈ, ਉਦੋਂ ਕਿਸ ਤਰ੍ਹਾਂ ਸੇਵਾ ਸੌਂਪਦੇ ਨੇ? ਉਸ ਵੇਲੇ ਸਿਆਪੰਥੀ ਸੰਪਰਦਾ ਦੇ ਜੋ ਸਾਰੇ ਮਹਾਂਪੁਰਖ ਨੇ ਇਕੱਠੇ ਹੋ ਕੇ ਸੇਵਾ ਸੌਂਪਦੇ ਨੇ। ਇੱਕ ਝਾੜੂ, ਇੱਕ ਬਾਟਾ। ਔਰ ਮਹਾਂਪੁਰਖ ਕਹਿੰਦੇ ਭਾਈ ਤੈਨੂੰ ਕੋਈ ਵੱਡੀ ਸੇਵਾ ਨਹੀਂ ਦੇ ਰਹੇ, ਇਸ ਬਾਟੇ ਨਾਲ ਪਾਣੀ ਪਿਲਾਉਣਾ ਹੈ ਤੇ ਝਾੜੂ ਨਾਲ ਅਸਥਾਨ ਦੀ ਸੇਵਾ ਕਰਨੀ ਹੈ। ਅਸਥਾਨ ਦੀ ਨਹੀਂ, ਅਸਲ ਵਿੱਚ ਸਮਾਜ ਦਾ ਗੰਦ ਹੁੰਜਣਾ। ਇਹ ਤਾਂ ਮੈਂ ਸਮਝਦਾ ਜਿੱਥੇ ਮਹਾਂਪੁਰਖਾਂ ਦੀ ਬਖਸ਼ਿਸ਼ ਕੁਰੀਤੀਆਂ ਨੇ, ਜੋ ਕੁਰੀਤੀਆਂ 'ਚ ਪਿਆ ਹੋਇਆ, ਉਹਨਾਂ ਨੂੰ ਖਤਮ ਕਰਨਾ ਹੈ। ਔਰ ਨਿਮਰਤਾ ਤੇ ਨਿਰਮਾਣਤਾ ਹੈ, ਇਹ ਰੱਖਣੀ ਹੈ। ਕਿਉਂਕਿ ਸਤਿਗੁਰੂ ਜੀ ਨੇ ਕਿਹਾ ਸੀ ਨਿਮਰਤਾ, ਝਾੜੂ ਦੇਖੋ ਨਿਮਰਤਾ ਹੈ। ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ। ਪਰ ਇਹ ਬੜੀ ਉੱਚੀ ਸੇਵਾ ਹੈ, ਵਿੱਚ ਬਹੁਤ ਵੱਡੀ ਸੇਵਾ ਹੈ, ਪਰ ਕਰਨੀ ਬੜੀ ਔਖੀ ਹੈ। ਔਰ ਸੱਚ ਹੈ, ਹੁਣ ਸਮਾਂ ਬਦਲਦਾ ਜਾ ਰਿਹਾ ਹੈ। ਹੁਣ ਸਾਡੇ ਕੋਲ ਸੇਵਾਵਾਂ ਖੁੰਝ ਗਈਆਂ ਨੇ। ਅੱਗੇ ਪੱਖਿਆਂ ਨਾਲ ਸੇਵਾ ਹੁੰਦੀ ਸੀ, ਹੁਣ ਪੱਖੇ ਚੱਲ ਰਹੇ ਨੇ। ਧਰਤੀ ਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਇੱਕ ਸੇਵਾ ਪੰਥੀ ਮਹਾਂਪੁਰਸ਼ ਸਨ, ਤੁਸੀਂ ਉਹਨਾਂ ਬਾਰੇ ਦੱਸੋਗੇ? ਉਹ ਕਿਹੜੇ ਸਨ? ਰੋਜ਼ਾਨਾ ਹੀ ਝਾੜੂ ਉਹਨਾਂ ਦੇ ਹੱਥ ਵਿੱਚ ਹੁੰਦਾ ਸੀ। ਬਾਬਾ ਸ਼ਾਮ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਖ ਸਨ, ਜਿਨ੍ਹਾਂ ਨੇ 70 ਸਾਲ ਲਗਾਤਾਰ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਉਹਨਾਂ ਨੇ ਕੀਰਤਨ ਦੀ ਸੇਵਾ ਨਿਭਾਈ। ਨਾਲ ਝਾੜੂ ਫੇਰਦੇ ਸਨ। ਉਹਨਾਂ ਰੰਬਾ ਲੈ ਲੈਣਾ, ਕਿਤੇ ਕਬੂਤਰਾਂ ਦੀ ਬਿੱਠਾਂ ਹੁੰਦੀਆਂ ਚੁੱਕਦੇ ਵੀ ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਪਵਿੱਤਰ ਸਥਾਨ ਹੈ। ਝਾੜੂ ਫੇਰਦੇ, ਸੇਵਾ ਕਰਦੇ, ਜਲ ਛਕਾਉਂਦੇ। ਔਰ 70 ਸਾਲ ਉਹਨਾਂ ਨੇ ਬਿਨਾਂ ਨਾਗਾ ਹਰਿਮੰਦਰ ਸਾਹਿਬ ਸਰੰਦੇ ਨਾਲ ਕੀਰਤਨ ਕਰਕੇ 3 ਪਹਿਰੇ ਦਾ ਕੀਰਤਨ ਕੀਤਾ। ਉਹਨਾਂ ਨੇ ਸੇਵਾਵਾਂ ਨਿਭਾਈਆਂ। ਮੈਂ ਸਮਝਦਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਉਹਨਾਂ 'ਤੇ ਬੜੀ ਕਿਰਪਾ ਸੀ। ਪੂਰਨ ਬ੍ਰਹਮ ਗਿਆਨੀ ਸਨ। ਆਟਾ ਮੰਡੀ ਉਹਨਾਂ ਦਾ ਸਥਾਨ ਸੀ। ਔਰ ਹਰ ਰੋਜ਼ ਉਹਨਾਂ ਦੇ ਸਥਾਨ ਤੋਂ ਗੁਰੂ ਕੇ ਦਰਬਾਰ ਵਾਸਤੇ ਕੜਾਹ ਪ੍ਰਸ਼ਾਦ ਦੀ ਸੇਵਾ ਵੀ ਹੁੰਦੀ ਸੀ। ਹੁਣ ਵੀ ਹੁੰਦੀ ਹੈ? ਹੁਣ ਵੀ ਹੁੰਦੀ ਹੈ, ਲਗਾਤਾਰ ਹੀ ਚੱਲ ਰਹੀ ਹੈ। ਹੁਣ ਵੀ ਦਰਬਾਰ ਸਾਹਿਬ ਜਦੋਂ ਜਾਂਦੇ ਸਨ ਨਾ, ਤੇ ਬਾਬਾ ਸਤਨਾਮ ਸਿੰਘ ਜੀ ਹਰ ਵੇਲੇ ਝਾੜੂ ਲੈ ਕੇ ਜਾਂ ਪ੍ਰਕਰਮਾ ਧੋਂਦੇ ਮਿਲਣਗੇ ਜਾਂ ਝਾੜੂ ਮਾਰਦੇ ਮਿਲਣਗੇ। ਔਰ ਇੱਕ ਕਮਰੇ ਵਿੱਚ ਉਹਨਾਂ ਨੇ ਬੈਠਣਾ, ਹਰ ਆਏ ਗਏ ਸਿੰਘ ਸਾਹਿਬ ਜੀ ਦਾ ਔਰ ਧਾਰਮਿਕ ਰੂਹਾਂ ਜਿੰਨੀਆਂ ਜਾਂਦੀਆਂ ਨੇ ਉਹਨਾਂ ਦਾ ਸਨਮਾਨ ਕਰਨਾ, ਮਾਣ ਕਰਨਾ ਆਪਣਾ ਫਰਜ਼ ਸਮਝਦੇ ਸਨ। ਤੇ ਸਾਰਾ ਦਿਨ ਪ੍ਰਕਰਮਾਂ ਵਿੱਚ ਰਹਿਣਾ, ਔਰ ਉੱਥੇ ਦੁਪਹਿਰ ਦਾ ਭੋਜਨ ਛਕਣਾ, ਉੱਥੇ ਰਾਤ ਦਾ ਭੋਜਨ ਛਕਣਾ। ਅਜੇ ਹੁਣ ਤੱਕ ਬਿਰਧ ਅਵਸਥਾ ਵਿੱਚ ਇੱਕ ਇਨਸਾਨ ਉਹਨਾਂ ਨੂੰ ਬਾਂਹ ਤੋਂ ਫੜ ਕੇ ਪ੍ਰਕਰਮਾ ਕਰਵਾਉਂਦੇ ਨੇ, ਪਰ ਉਹ ਸੰਗਤ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ। ਝਾੜੂ ਨਹੀਂ ਅਜੇ ਤੱਕ ਛੱਡਦੇ ਸਨ। ਇਸ ਅਵਸਥਾ ਵਿੱਚ ਜਾ ਕੇ ਵੀ ਇਹ ਸੇਵਾ ਪੰਥੀਆਂ ਦਾ ਅਜੇ ਤੱਕ ਉਸੇ ਤਰ੍ਹਾਂ ਦਾ ਯੋਗਦਾਨ ਚੱਲ ਰਿਹਾ। ਬਾਬਾ ਜੀ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ, ਸੇਵਾ ਪੰਥੀਆਂ ਦੇ ਜਿਹੜੇ ਅਸਥਾਨ ਨੇ, ਅੱਡੜ ਸ਼ਾਹੀ ਸੰਪਰਦਾ ਤੇ ਸੇਵਾ ਪੰਥੀ ਦਾ ਕਿਵੇਂ ਫਰਕ ਹੈ, ਤੁਸੀਂ ਦੱਸੋਗੇ ਥੋੜ੍ਹਾ ਜਿਹਾ ਜੀ? ਸੇਵਾ ਪੰਥੀ ਭਾਈ ਸੇਵਾ ਰਾਮ ਸਾਹਿਬ ਜੀ, ਫਰਕ ਕੋਈ ਨਹੀਂ ਹੈ। ਸੇਵਾ ਪੰਥੀ ਸੰਪਰਦਾ ਜਿਹੜੀ ਭਾਈ ਅੱਡਣ ਸਾਹਿਬ ਜੀ ਸਨ, ਇੱਕ ਸ਼ਾਹੀ ਬਣਾਉਂਦੇ ਸਨ ਉਸ ਵੇਲੇ। ਅੱਡਣ ਸ਼ਾਹੀ, ਭਾਈ ਅੱਡਣ ਸਾਹਿਬ ਜੀ ਸ਼ਾਹੀ ਤਿਆਰ ਕਰਦੇ ਸਨ, ਜਿਨ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਜਾਂਦੇ ਸਨ। ਸਿਆਹੀ, ਉਹਦਾ ਨਾਂ ਹੀ ਸਿਆਹੀ, ਉਹਦਾ ਨਾਂ ਸੀ ਸ਼ਾਹੀ, ਨਾਂ ਪਿਆ ਕਿ ਅੱਡਣ ਸ਼ਾਹੀ। ਅੱਡਣ ਸ਼ਾਹੀ ਭਾਈ ਅੱਡਣ ਸਾਹਿਬ ਜੀ ਦੀ ਬਣਾਈ ਹੋਈ ਸ਼ਾਹੀ, ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਦੋਂ ਲਿਖੇ ਜਾਂਦੇ ਸਨ, ਗੁਟਕੇ ਲਿਖੇ ਜਾਂਦੇ ਸਨ। ਸੇਵਾ ਪੰਥੀ ਸੰਪਰਦਾ ਦੇ ਸਾਧੂਆਂ ਨੇ ਸੰਗਤ ਦੀ ਇਸ ਪੱਖੋਂ ਬੜੀ ਸੇਵਾ ਕੀਤੀ ਹੈ। ਜਿੱਥੇ ਵੀ ਲੋੜ ਹੁੰਦੀ ਸੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੱਥੀਂ ਲਿਖਦੇ, ਗੁਟਕੇ ਸੁਖਮਨੀ ਸਾਹਿਬ ਜੀ ਦੇ, ਗੁਟਕੇ ਜਪਜੀ ਸਾਹਿਬ ਜੀ ਦੇ, ਆਪ ਲੈ ਕੇ ਮਹਾਂਪੁਰਖ ਉਹਨਾਂ ਸਥਾਨਾਂ 'ਤੇ ਪਹੁੰਚਾਉਂਦੇ ਜਿੱਥੇ ਲੋੜ ਹੁੰਦੀ ਸੀ। ਕੋਈ ਵੀ ਗੁਰਮੁਖ ਪਿਆਰਾ ਕਹਿ ਦਿੰਦਾ ਬਾਬਾ ਜੀ ਮੈਨੂੰ ਗੁਟਕਾ ਚਾਹੀਦਾ ਹੈ, ਤੇ ਮਹਾਂਪੁਰਖ ਬੈਠ ਜਾਂਦੇ। ਭਾਈ ਅੱਡਣ ਸਾਹਿਬ ਜੀ ਲਿਖਦੇ, ਭਾਈ ਸੇਵਾ ਰਾਮ ਸਾਹਿਬ ਜੀ ਲਿਖਦੇ। ਉਹਨਾਂ ਨੇ ਆਪਣੇ ਜੀਵਨ ਪ੍ਰਜੰਤ ਵਿੱਚ ਬਹੁਤ ਸਾਰੇ ਸਰੂਪ ਲਿਖੇ, ਬਹੁਤ ਸਾਰੀਆਂ ਬਾਣੀਆਂ ਲਿਖ ਕੇ ਸੰਗਤਾਂ ਵਿੱਚ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਮੈਂ ਸਮਝਦਾ ਇਹ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ, ਕਿਉਂਕਿ ਉਹਨਾਂ ਨੇ ਕਿਹਾ ਸੀ ਹੱਸੇ ਤੇਗਾ ਲਾਇਆ ਪਿਆਰਾ, ਡੱਬੀ ਹੱਥ ਪੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤਾਂ ਲਾਈ। ਭਾਈ ਕਨ੍ਹਈਆ, ਜਿੱਥੇ ਤੂੰ ਪਾਣੀ ਪਿਲਾਉਣਾ ਨਾ, ਉੱਥੇ ਮਲਮ ਵੀ ਜ਼ਖਮਾਂ 'ਤੇ ਲਾਈ। ਤਾਂ ਅੱਜ ਵੀ ਮੈਂ ਸਮਝਦਾ ਅੱਜ ਲੋੜ ਹੈ ਕੌਮ ਨੂੰ ਜੋੜਨ ਦੀ। ਸੇਵਾ ਪੰਥੀ ਸੰਪਰਦਾ ਦੇ ਜੋ ਮਹਾਂਪੁਰਖ ਨੇ,
ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਆਪਣਾ ਅਟੁੱਟ ਭਰੋਸਾ ਰੱਖਿਆ ਹੈ, ਕਦੇ ਆਪਣਾ ਮਨ ਡੁਲਾਇਆ ਨਹੀਂ। ਇੱਕ ਵਾਰ ਮਹਾਰਾਜਾ ਸਾਹਿਬ ਆਏ ਬੁੱਧੂ ਸਾਹਿਬ ਜੀ ਦੇ ਸਥਾਨ ਤੇ ਦਰਸ਼ਨ ਕਰਨ ਵਾਸਤੇ, ਔਰ ਉਹਨਾਂ ਨੇ ਸੁਣਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆਏ। ਉਹਨਾਂ ਦੇ ਮਨ 'ਚ ਸੀਗਾ ਵੀ ਮੈਂ ਦਰਸ਼ਨ ਕਰਾਂ ਸਾਧੂ ਮਹਾਂਪੁਰਖ ਭਾਈ ਬੁੱਧੂ ਰਾਮ ਸਾਹਿਬ ਜੀ ਦੇ। ਤਾਂ ਉਸ ਲਈ ਭਾਈ ਬੁੱਧੂ ਰਾਮ ਸਾਹਿਬ ਲੰਗਰ ਵਿੱਚ ਪ੍ਰਸ਼ਾਦੇ ਪਕਾ ਰਹੇ ਸਨ, ਤੇ ਮਹਾਰਾਜਾ ਸਾਹਿਬ ਨੇ ਜਾ ਕੇ ਕੋਲ ਹੱਥ ਜੋੜੇ ਜੀ, ਕਹਿਣ ਲੱਗੇ ਮੈਂ ਮਹਾਰਾਜਾ ਸਾਹਿਬ ਦੇ ਦਰਸ਼ਨ ਕਰਨੇ, ਭਾਈ ਬੁੱਧੂ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ। ਤੇ ਬੁੱਧੂ ਜੀ ਮਹਾਰਾਜਾ ਸਾਹਿਬ ਨੂੰ ਲੈ ਕੇ ਚੁਬਾਰੇ ਵਿੱਚ ਆ ਗਏ ਜਿੱਥੇ ਸਤਿਗੁਰੂ ਜੀ ਦਾ ਪ੍ਰਕਾਸ਼ ਸੀ, ਹੱਥ ਜੋੜੇ ਮੱਥਾ ਟੇਕਿਆ, ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ ਜੀ, ਮਹਾਰਾਜਾ ਤੇ ਇਹ ਨੇ, ਸਾਹਿਬ ਤੇ ਇਹ ਨੇ, ਤੇ ਸਰੀਰ ਦਾ ਨਾਂ ਬੁੱਧੂ ਹੈ। ਮਹਾਰਾਜਾ ਤੇ ਇਹ ਨੇ, ਸਰੀਰ ਦਾ ਨਾਂ ਬੁੱਧੂ ਹੈ। ਉਹਨਾਂ ਦੀ ਨਿਮਰਤਾ, ਉਹਨਾਂ ਦੀ ਨਿਰਮਾਣਤਾ ਹੈ, ਇਹ ਗੱਲ ਦਰਸਾਉਂਦੀ ਹੈ ਵੀ ਸੇਵਾ ਪੰਥੀ ਸੰਪਰਦਾ ਨੇ ਆਪਣਾ ਗੁਰੂ, ਆਪਣਾ ਇਸ਼ਟ, ਆਪਣਾ ਰੱਬ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ। ਤਾਂ ਹਮੇਸ਼ਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਿਰ ਨਿਵਾਇਆ। ਇੱਕ ਸੰਪਰਦਾ ਹੈ ਜੀ ਇਤਿਹਾਸ ਵਿੱਚ, ਜਿਹੜੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੰਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ, ਆਪ ਕੇਵਲ ਝਾੜੂ ਤੇ ਬਾਟਾ ਲੈਂਦੇ ਨੇ ਕਿ ਅਸੀਂ ਸੇਵਾਦਾਰ ਬਣ ਕੇ ਰਹਿਣਾ ਗੁਰੂ ਦੇ। ਇਹ ਜਿਹੜੀ ਸਿੱਖਿਆ ਹੈ ਸਾਰੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖਿਆ ਹੈ, ਉਸੇ ਮੁਤਾਬਕ ਹੀ ਚੱਲਦੇ ਨੇ। ਕਿਉਂਕਿ ਕਲਗੀਧਰ ਪਾਤਸ਼ਾਹ ਨੇ ਕਿਹਾ ਹੋਇਆ ਸਾਨੂੰ, ਆਗਿਆ ਪਈ ਅਕਾਲ ਕੀਰਤ ਹੋਏ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਕਾਰਯੋਗ ਬਾਬਾ ਦਿਲਬਾਗ ਸਿੰਘ ਜੀ ਸਮੁੱਚੀ ਸੰਗਤ ਨਾਲ, ਜਿਹੜੇ ਕਿਉਂਕਿ ਅਕਾਲ ਚੈਨਲ ਦੇ ਸਰੋਤੇ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਨੇ, ਬੜੇ ਸ਼ਰਧਾ ਤੇ ਸਤਿਕਾਰ ਨਾਲ ਸਰਵਣ ਕਰਦੇ ਨੇ। ਔਰ ਜਿੱਥੇ ਟੀਵੀ ਚੈਨਲ ਅੱਗੇ ਬੈਠਦੇ ਨੇ, ਉੱਥੇ ਨਾਲ ਨਾਲ ਕੋਈ ਫੇਸਬੁੱਕ ਤੇ ਬੈਠਦਾ, ਕੋਈ ਯੂਟਿਊਬ ਤੇ ਵੇਖਦਾ। ਸੋ ਸਤਿਗੁਰੂ ਦੀ ਬੜੀ ਨਜ਼ਰੇ ਰਹਿਮਤ ਹੈ ਇਸ ਸੇਵਾ ਪੰਥੀ ਸੰਪਰਦਾ ਤੇ। ਔਰ ਇਹ ਪਾਵਨ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਗਭਗ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਔਰ ਜਿਹੜੀ ਉਹ ਸੜਕ ਜਿਹੜੀ ਇਥੋਂ ਦੀ ਲੰਘਦੀ ਹੈ, ਇਹ ਸੜਕ ਨੰਗਲ ਤੋਂ, ਭਾਖੜਾ ਨੰਗਲ ਤੋਂ ਚੱਲਦੀ ਹੋਈ ਚੰਡੀਗੜ੍ਹ ਤੱਕ ਜਾਂਦੀ ਹੈ, ਜਿੱਥੇ ਅਨੰਦਪੁਰ ਸਾਹਿਬ ਸਥਿਤ ਹੈ। ਔਰ ਇਸੇ ਸੜਕ ਦੇ ਉੱਪਰ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪਾਵਨ ਸਥਾਨ ਸਥਿਤ ਹੈ। ਔਰ ਇਸ ਸਥਾਨ ਦੀ ਸੇਵਾ ਪੰਥੀ ਸੰਪਰਦਾ ਦੇ ਵੱਖਰੇ ਵੱਖਰੇ ਮਹਾਂਪੁਰਸ਼ ਨਿਭਾਉਂਦੇ ਰਹੇ ਨੇ। ਔਰ ਅੱਜ ਕੱਲ੍ਹ ਸਤਿਕਾਰਯੋਗ ਬਾਬਾ ਦਿਲਬਾਗ ਸਿੰਘ ਜੀ ਜਿਹੜੇ ਆਪ ਜੀ ਨਾਲ ਬਚਨ ਕਰ ਰਹੇ ਸਨ, ਉਹ ਨਿਭਾ ਰਹੇ ਨੇ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਹੋਲੇ ਮਹੱਲੇ ਦਾ ਇੱਕ ਪਾਵਨ ਪੁਰਬ ਵੀ ਹੈ, ਕਿਉਂਕਿ ਹੋਲਾ ਮਹੱਲਾ ਸਾਡਾ ਉਹ ਵਿਰਾਸਤੀ ਮੇਲਾ ਹੈ, ਜਿਸ ਮੇਲੇ ਨੂੰ ਜਿਸ ਕਲਗੀਧਰ ਪਾਤਸ਼ਾਹ ਨੇ ਖੁਸ਼ ਹੋ ਕੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਸੀ, ਸਾਜਨਾ ਤੋਂ ਉਪਰੰਤ 1 ਸਾਲ ਬਾਅਦ ਮੇਰੇ ਪਾਤਸ਼ਾਹ ਨੇ ਇਸ ਪਾਵਨ ਸਥਾਨ ਤੇ ਆ ਕੇ ਸ਼੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲੇ ਦਾ ਪੁਰਬ ਮਨਾਇਆ ਸੀ। ਔਰ ਉਹਨਾਂ ਨੇ ਇਸ ਆਤਮਿਕ ਹੋਲੀ ਖੇਡਣ ਲਈ, ਸੇਵਾ ਤੇ ਸਿਮਰਨ ਦੀ ਹੋਲੀ ਖੇਡਣ ਲਈ ਸਾਨੂੰ ਸਭਨਾਂ ਨੂੰ ਤਾਕੀਦ ਵੀ ਕੀਤੀ ਸੀ। ਔਰ ਮੇਰੇ ਪਾਤਸ਼ਾਹ ਨੇ ਮਸਨੂਈ ਤੌਰ ਤੇ 2 ਜਥੇ ਬਣਾਏ ਔਰ ਉਹਨਾਂ ਨੂੰ ਆਪਸ ਵਿੱਚ ਲੜਾਇਆ ਔਰ ਕਿਹਾ ਕਿ ਯੁੱਧ ਕਲਾ ਸਿੱਖਣੀ ਹੈ। ਅਸੀਂ ਯੁੱਧ ਕਲਾ ਇੱਦਾਂ ਦੀ ਸਿੱਖਣੀ ਆ ਕਿ ਅੰਦਰ ਆਤਮਾ ਨੂੰ ਪੰਜ ਵਿਕਾਰਾਂ ਨੂੰ ਅੰਦਰੋਂ ਕੱਢਣਾ ਹੈ ਔਰ ਇਹਨਾਂ ਦੇ ਨਾਲ ਲੜਨਾ, ਜਿਹੜੇ ਵਿਕਾਰ ਅੰਦਰ ਨੇ। ਔਰ ਜੇ ਇਹਨਾਂ ਵਿਕਾਰਾਂ ਨਾਲ ਲੜੋਗੇ ਤੇ ਅਸਲ ਵਿੱਚ ਹੋਲੀ ਉਹ ਹੈ ਜਦੋਂ ਅੰਦਰੋਂ ਤੁਸੀਂ ਪਵਿੱਤਰ ਹੋ ਜਾਓਗੇ। ਰੰਗਾਂ ਦੇ ਨਾਲ ਕਦੇ ਕੋਈ ਪਵਿੱਤਰ ਨਹੀਂ ਹੁੰਦਾ। ਪਵਿੱਤਰ ਉਦੋਂ ਹੁੰਦਾ ਹੈ ਕਿ ਜਦੋਂ ਉਸ ਦਾ ਅੰਤਰ ਆਤਮਾ ਤੋਂ ਮਨੁੱਖ ਪਵਿੱਤਰ ਹੋ ਜਾਂਦਾ। ਇਹ ਮੇਰੇ ਪਾਤਸ਼ਾਹ ਨੇ ਇਸੇ ਕਰਕੇ, ਕਿਉਂਕਿ ਸਾਰੇ ਮਸਨੂਹੀ ਰੰਗ ਜਿਹੜੇ ਨੇ ਉਹ ਰੰਗ ਤੇ ਉਹ ਵਰਤਦੇ ਸਨ ਸਨਾਤਨ ਧਰਮ ਦੇ ਲੋਕ। ਮੇਰੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਕਿਹਾ ਕਿ ਤੁਸੀਂ ਅੱਜ ਤੋਂ ਬਾਅਦ ਇਹ ਰੰਗ ਵਰਤਣਾ ਹੈ ਔਰ ਮੈਂ ਤੁਹਾਡੇ ਤੋਂ ਤਦੇ ਖੁਸ਼ ਹੋਵਾਂਗਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ। ਔਰ ਖਾਲਸੇ ਦੇ ਵਿੱਚ ਮੈਂ ਨਿਵਾਸ ਰੱਖਾਂਗਾ ਔਰ ਉਦੋਂ ਤੱਕ ਨਿਵਾਸ ਰੱਖਾਂਗਾ ਜਬ ਤੱਕ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਅੱਜ ਹੋਲੇ ਮਹੱਲੇ ਤੇ ਬਹੁਤ ਵੱਡੀਆਂ ਰੌਣਕਾਂ ਨੇ ਔਰ ਕਲਗੀਧਰ ਪਾਤਸ਼ਾਹ ਦੇ ਇਸ ਪਾਵਨ ਪੁਰਬ ਤੇ ਬਹੁਤ ਦੂਰ ਦਰਾਡੇ ਤੋਂ, ਇਸ ਤੋਂ ਤੱਕ ਵਿਦੇਸ਼ ਦੀ ਸੰਗਤ ਵੀ ਆਉਂਦੀ ਹੈ। ਕੋਵਿਡ ਦਾ ਪ੍ਰਭਾਵ ਹੋਣ ਕਰਕੇ ਇਸ ਵਾਰ ਦੇਸ਼ ਦੀ ਸੰਗਤ ਤੇ ਬੜੀ ਉਤਸ਼ਾਹ ਨਾਲ ਆਈ ਹੋਈ ਹੈ, ਪਰ ਵਿਦੇਸ਼ ਦੀ ਸੰਗਤ ਬਹੁਤ ਘੱਟ ਪਹੁੰਚ ਸਕੀ ਹੈ, ਕਿਉਂਕਿ ਸੰਗਤ ਆਉਣਾ ਚਾਹੁੰਦੀ ਹੋਈ ਵੀ ਸਾਰੀ ਰੁਕ ਗਈ ਆਪਣੇ ਆਪਣੇ ਥਾਵਾਂ ਤੇ। ਕਿਉਂਕਿ ਅੱਜ ਸਿੱਖ ਦੁਨੀਆ ਦੇ ਹਰ ਕੋਨੇ ਵਿੱਚ ਵਸਦਾ ਹੈ। ਔਰ ਮੈਂ ਅਕਾਲ ਚੈਨਲ ਰਾਹੀਂ ਸਮੂਹ ਸਰੋਤਿਆਂ ਨੂੰ ਹੋਲੇ ਮਹੱਲੇ ਦੇ ਪਾਵਨ ਪੁਰਬ ਦੀ ਵੀ ਵਧਾਈ ਦਿੰਦਾ ਹੈ। ਸਤਿਕਾਰਯੋਗ ਬਾਬਾ ਜੀ ਨੂੰ ਵੀ ਵਧਾਈ ਦਿੰਦਾ, ਸਮੁੱਚੀ ਟੀਮ ਨੂੰ ਵੀ ਵਧਾਈ ਦਿੰਦਾ ਹੈ। ਔਰ ਜਿਹੜੇ ਸਰੋਤੇ ਸੁਣ ਰਹੇ ਨੇ ਸਾਨੂੰ, ਉਹਨਾਂ ਸਭਨਾਂ ਨੂੰ ਅੱਜ ਦੇ ਖਾਲਸਾ ਪੰਥ ਦਾ ਜਿਹੜਾ ਵਿਰਾਸਤੀ ਤਿਉਹਾਰ ਹੈ ਤੁਹਾਡਾ ਹੋਲਾ ਮਹੱਲਾ, ਉਹਦੀਆਂ ਸਾਰਿਆਂ ਨੂੰ ਵਧਾਈ ਦਿੰਦਾ ਹੈ ਔਰ ਸਾਰਿਆਂ ਨੂੰ ਫਤਿਹ ਅਰਜ਼ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।